ਅਕਾਲ ਜੀ। ਮੈਂ ਤੁਹਾਡਾ ਆਪਣਾ ਰੋਬੀ ਬੈਨੀਪਾਲ ਸਤਿ ਸ਼੍ਰੀ ਅਕਾਲ ਜੀ। ਮੈਂ ਹਰੀਸ਼ ਗੁਲਾਟੀ ਜੀ। ਅੱਜ ਫਿਰ ਅਸੀਂ ਗੱਲਬਾਤ ਕਰਾਂਗੇ ਉਹੀ ਕਿਸਾਨਾਂ ਦੇ ਮੁੱਦੇ ਦੀ। ਜੀ। ਪਰ ਅੱਜ ਸਾਡੀ ਜੋ ਗੱਲਬਾਤ ਦਾ ਵਿਸ਼ਾ ਹੈ ਉਹ ਇਨਫੋਰਮੇਸ਼ਨ ਬੜੀ ਇੰਪੋਰਟੈਂਟ ਹੈ, ਖਾਸ ਤੌਰ ਤੇ ਸਾਡੇ ਸਾਊਥ ਆਸਟ੍ਰੇਲੀਅਨਸ ਦੇ ਵਾਸਤੇ। ਬਿਲਕੁਲ। ਅਸੀਂ ਸਾਊਥ ਆਸਟ੍ਰੇਲੀਆ ਦੇ ਵਿੱਚ ਕੱਲ ਬੀਤੇ ਦਿਨ ਯਾਨੀ ਕਿ 30 ਨਵੰਬਰ ਨੂੰ ਇੱਥੇ ਕੀ ਹੋਇਆ, ਕੀ ਐਕਟੀਵਿਟੀਜ਼ ਹੋਈਆਂ, ਉਹਨਾਂ ਦੀ ਰਿਪੋਰਟ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ। ਰੋਬੀ ਜੀ, ਇਸ ਤੋਂ ਪਹਿਲਾਂ ਕਿ ਅਸੀਂ ਰਿਪੋਰਟ ਦੇ ਬਾਰੇ ਗੱਲ ਕਰੀਏ, ਉਹਨਾਂ ਨੌਜਵਾਨਾਂ ਦੀ ਵਾਕਈ ਸ਼ਾਬਾਸ਼ੀ ਕਰਨੀ ਬਣਦੀ ਹੈ। ਉਹਨਾਂ ਸਾਰੇ ਦੋਸਤਾਂ ਦਾ ਵਾਕਈ ਧੰਨਵਾਦ ਕਰਨਾ ਬਣਦਾ ਹੈ ਜਿਹੜੇ ਕਿ ਉੱਥੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਆਏ ਸਨ। ਜੀ ਬਿਲਕੁਲ। ਅੱਜ ਇਸ ਪੈਂਡੇਮਿਕ ਦੌਰ ਦੇ ਵਿੱਚ ਵੀ ਲਾ ਲਈਏ ਜਾਂ ਬਿਜ਼ਨਸ ਦੇ ਵਿੱਚ ਲਾ ਲਈਏ, ਕਿਉਂਕਿ ਬਹੁਤ ਸਾਰਾ ਸਮਾਂ ਲੋਕਡਾਊਨ ਦਾ ਵੀ ਰਿਹਾ ਜਾਂ ਕਾਰੋਬਾਰ ਬਹੁਤ ਸਲੋ ਰਹੇ ਨੇ। ਅੱਜ ਕੱਲ ਜਿਹੜੇ ਥੋੜਾ ਗਰਮ ਹੋਈ ਹੈ ਮਾਰਕੀਟ, ਥੋੜਾ ਕੰਮ ਵੀ ਚੰਗੇ ਚੱਲ ਰਹੇ ਨੇਗੇ, ਤਾਂ ਉਹ ਕੰਮ ਦੇ ਵਿੱਚੋਂ ਵੀ ਆਪਣੇ ਸਮੇਂ 'ਚ ਸਮਾਂ ਕੱਢ ਕੇ ਜਿਹੜੇ ਉੱਥੇ ਆਏ, ਉਹਨਾਂ ਦਾ ਅਸੀਂ ਤੇ ਜਿਹੜੀ ਪ੍ਰਬੰਧਕੀ ਕਮੇਟੀ ਉਹਨਾਂ ਵੱਲੋਂ ਕਾਫੀ ਸਾਰਾ ਧੰਨਵਾਦ ਜਿਹੜਾ ਉਹ ਸਾਡੇ ਰਾਹੀਂ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ। ਦੂਸਰਾ, ਬਿਹਾਫ ਆਫ ਮੀਡੀਆ ਅਸੀਂ ਇਹ ਕਹਿਣਾ ਬਣਦਾ ਸਾਡੇ ਵੱਲੋਂ ਕਿ ਜਿੰਨੇ ਵੀ ਉੱਥੇ ਜਿਹੜੇ ਇਕੱਠੇ ਹੋਏ ਸਨ, ਉਹਨਾਂ ਦੇ ਵਿੱਚ ਇੱਕ ਜੋਸ਼, ਇੱਕ ਜਜ਼ਬਾ ਮਦਦ ਕਰਨ ਦਾ ਚੱਲ ਰਿਹਾ ਸੀ। ਔਰ ਬਹੁਤ ਖੂਬਸੂਰਤ ਗੱਲ ਇਹ ਹੈ ਜੀ ਕਿ ਸਾਰਿਆਂ ਨੇ ਜੋ ਗਵਰਨਮੈਂਟ ਦੇ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਨੇ ਪੈਂਡੇਮਿਕ ਦੇ ਪੀਰੀਅਡ ਦੇ ਵਿੱਚ, ਉਹਨਾਂ ਸਭ ਦਾ ਧਿਆਨ ਰੱਖਿਆ ਔਰ ਇੱਕ ਗੱਲ ਨੂੰ ਬੜੇ ਧਿਆਨ ਦੇ ਨਾਲ ਉਹਨਾਂ ਨੇ ਸੁਣਿਆ। ਜਿਹੜੇ ਵੀ ਖੈਰ ਬੋਲਣ ਦੀ ਵਾਰੀ ਸਾਰਿਆਂ ਦੀ ਹੀ ਆਈ ਸੀ, ਸਾਰਿਆਂ ਤੋਂ ਹੀ ਰਾਏ ਲਈ ਗਈ ਸੀ ਔਰ ਬਹੁਤ ਹੀ ਖੂਬਸੂਰਤ ਉਹ ਸਾਰੀ ਗੱਲਬਾਤ ਰਹੀ। ਇਸ ਤੋਂ ਪਹਿਲਾਂ ਕਿ ਉੱਥੇ ਕੀ ਗੱਲਬਾਤ ਹੋਈ, ਉਸ ਦਾ ਬਰੀਫ ਦੇ ਵਿੱਚ ਅਸੀਂ ਤੁਹਾਡੇ ਸਾਹਮਣੇ ਜਿਹੜੀ ਜਾਣਕਾਰੀ ਸੀ ਰੱਖੀਏ। ਉਸ ਤੋਂ ਪਹਿਲਾਂ ਇਹ ਦੱਸਣਾ ਵੀ ਬਣਦਾ ਹੈ ਕਿ ਗੁਰਦੁਆਰਾ ਪ੍ਰੋਸਪੈਕਟ, ਜੋ ਕਿ ਪ੍ਰੋਸਪੈਕਟ ਦੇ ਵਿੱਚ ਗੁਰਦੁਆਰਾ ਸਾਹਿਬ ਆ, ਉਸ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਸੰਗਤਾਂ ਵੱਲੋਂ ਪ੍ਰੋਟੈਸਟ ਕੀਤਾ ਗਿਆ ਔਰ ਉਹਨਾਂ ਜਿਹੜੇ ਕਿਸਾਨ ਜਿਹੜੇ ਇੰਡੀਆ ਦੀਆਂ ਦਿੱਲੀ ਦੀਆਂ ਸੜਕਾਂ ਦੇ ਉੱਪਰ ਬੈਠੇ ਨੇ, ਉਹਨਾਂ ਦੇ ਹੱਕ ਦੇ ਵਿੱਚ ਹਾਲਾ ਨਾਰਾ ਮਾਰਿਆ ਗਿਆ ਔਰ ਬੜੇ ਹੀ ਸ਼ਾਂਤਮਈ ਢੰਗ ਦੇ ਨਾਲ ਇਹ ਸਾਰਾ ਕੁਝ ਵਾਪਰਿਆ। ਕੁਝ ਨੌਜਵਾਨ ਵੀ ਸਨ, ਉਹਨਾਂ ਦਾ ਵੀ ਹਾਰਦਿਕ ਧੰਨਵਾਦ ਜਿਨ੍ਹਾਂ ਨੇ ਕਿ ਇਸ ਸਭ ਦੇ ਵਿੱਚ ਵੱਧ ਚੜ੍ਹ ਕੇ ਭਾਗ ਲਿਆ। ਕਹਿਣ ਦਾ ਭਾਵ ਇਹ ਹੈ ਕਿ ਉਹਨਾਂ ਨੇ ਵੀ ਆਪਣੇ ਤੌਰ ਤੇ ਇਹ ਯਤਨ ਆਰੰਭੇ ਸਨ। ਸ਼ਾਇਦ ਉਹਨਾਂ ਨੂੰ ਪਤਾ ਨਹੀਂ ਸੀ ਰੋਬੀ ਜੀ ਕਿ ਇਸ ਚੀਜ਼ ਨੂੰ ਵੱਡੇ ਪੱਧਰ ਤੇ ਆਸਟ੍ਰੇਲੀਆ ਦੀ ਸੰਗਤ ਵੱਲੋਂ, ਪੰਜਾਬੀ ਸੰਗਤ ਵੱਲੋਂ ਲਿਆ ਜਾ ਰਿਹਾ ਹੈ। ਨੌਜਵਾਨ ਜਿਨ੍ਹਾਂ ਨੇ ਜੈਪਸ ਕ੍ਰਾਸ ਵਾਲੇ ਏਰੀਏ ਦੇ ਵਿੱਚ ਜਾਂ ਰੰਡਲ ਮਾਲ ਦੇ ਵਿੱਚ ਆਪਣੇ ਹੀ ਪੱਧਰ ਦੇ ਉੱਪਰ ਆਪਣੇ ਹੀ ਗਰੁੱਪ ਤਿਆਰ ਕਰਕੇ ਇਸ ਸੁਨੇਹੇ ਦੀ ਜਿਹੜੀ ਡੈਪਥ ਤੱਕ ਲੋਕਾਂ ਨੂੰ ਜਾਣੂ ਕਰਾਉਣ ਵਾਸਤੇ ਉੱਥੇ ਜਿਹੜਾ ਇੱਕ ਪ੍ਰਦਰਸ਼ਨ ਕੀਤਾ, ਸ਼ਾਂਤਮਈ ਔਰ ਲੋਕਾਂ ਨਾਲ ਇੰਟਰੈਕਟ ਕੀਤਾ, ਉਹਨਾਂ ਨੂੰ ਇਸ ਮੁੱਦੇ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ। ਇਹ ਕਾਫੀ ਸਰਾਹਨਾਯੋਗ ਆ ਔਰ ਇਹ ਦੱਸਦਾ ਕਿ ਕਿੰਨੀ ਡੈਡੀਕੇਸ਼ਨ ਆ ਲੋਕਾਂ ਦੇ ਵਿੱਚ ਔਰ ਕਿਸ ਪੱਧਰ ਤੇ ਆ ਕੇ ਉਹ ਮਦਦ ਕਰਨਾ ਚਾਹੁੰਦੇ ਹਨ। ਹੋਰ ਰਿਸ਼ੀ ਜੀ, ਪੈਸੇ ਨਾਲੋਂ ਜਿਹੜੀਆਂ ਹੋਰ ਇਸ ਤਰੀਕੇ, ਇਸ ਵਾਰ ਜਿਸ ਤਰੀਕੇ ਨਾਲ ਇਸ ਪੂਰੇ ਪ੍ਰੋਟੈਸਟ ਜਾਂ ਇਸ ਪੂਰੇ ਵਿਰੋਧ ਜਿਹੜਾ ਇੰਡੀਆ ਦੇ ਵਿੱਚ ਕਿਸਾਨਾਂ ਵੱਲੋਂ ਉਸ ਬਿੱਲ ਦੇ ਖਿਲਾਫ ਹੋ ਰਿਹਾ, ਉਸ ਦੇ ਵਿੱਚ ਜਿਹੜਾ ਇੱਥੇ ਦੀ ਜਿਹੜੀ ਸਾਊਥ ਆਸਟ੍ਰੇਲੀਆ ਦੇ ਉਹ ਸਪੋਰਟਰ ਨੇ, ਉਹਨਾਂ ਨੇ ਜਿਸ ਯੋਜਨਾਬੰਦੀ ਦੇ ਨਾਲ ਇਸ ਪੂਰੇ ਪ੍ਰੋਜੈਕਟ ਨੂੰ ਅੱਗੇ ਲੈ ਕੇ ਜਾਣ ਦੀ ਜਿਹੜੀ ਇੱਕ ਯੋਜਨਾ ਬਣਾਈ ਹੈ, ਉਹ ਯੋਜਨਾ ਬਾਕੀ ਕਾਬਿਲ ਤਾਰੀਫ ਹੈ। ਬਿਲਕੁਲ। ਔਰ ਉਸ ਯੋਜਨਾ ਦੇ ਵਿੱਚ ਬਹੁਤ ਸਾਰੇ ਰੰਗ ਨੇ। ਇਸ ਯੋਜਨਾ ਦੇ ਵਿੱਚ ਜੋ ਸਲਾਹਾਂ ਦਿੱਤੀਆਂ ਗਈਆਂ ਨੇ ਉਹ ਇੱਕ ਨੌਜਵਾਨ ਤੋਂ ਲੈ ਕੇ ਸੰਸੀਅਰ ਉਮਰ ਦੇ ਵਿਅਕਤੀ ਤੱਕ ਉਹ ਸਾਰੇ ਸ਼ਾਮਲ ਨੇ। ਇੱਕ ਬੰਦੇ ਦੀ ਮੋਨੋਪੋਲੀ ਦੇ ਨਾਲ ਤਿਆਰ ਕੀਤੀ ਗਈ ਇਹ ਯੋਜਨਾ ਨਹੀਂ ਹੈ। ਹਰ ਸਟੂਡੈਂਟ ਵੀਜ਼ੇ ਤੋਂ ਲੈ ਕੇ ਸਿਟੀਜ਼ਨ ਤੱਕ ਜਿਹੜੇ ਸਫ਼ਰ ਇੱਥੇ ਤੈਅ ਕਰ ਚੁੱਕੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਇਮੀਗ੍ਰੇਸ਼ਨ ਸਾਈਡ ਤੋਂ, ਉਹ ਸਾਰਿਆਂ ਦੀ ਅਲੱਗ-ਅਲੱਗ ਪੁਆਇੰਟ ਆਫ ਵਿਊਜ਼ ਦੇ ਬੇਸ ਦੇ ਉੱਪਰ ਕੁਝ ਚੀਜ਼ਾਂ ਜਿਹੜੀਆਂ ਡਿਸਾਈਡ ਹੋ ਚੁੱਕੀਆਂ ਨੇ। ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਇਹ ਹੈ ਕਿ ਈਮੇਲਸ। ਹਾਂਜੀ, ਉਹ ਈਮੇਲਸ ਦਾ ਕੀ ਪਲਾਨ ਰਹੂਗਾ? ਉਹਦੇ ਵਿੱਚੋਂ ਇੱਦਾਂ ਜੀ ਪਈ ਇੱਕ ਈਮੇਲ ਡਰਾਫਟ ਕੀਤੀ ਜਾ ਰਹੀ ਹੈ, ਜਿਹੜੀ ਕਿ ਬਹੁਤ ਵਧੀਆ ਤਰੀਕੇ ਨਾਲ, ਪ੍ਰੋਫੈਸ਼ਨਲ ਤਰੀਕੇ ਨਾਲ ਡਰਾਫਟ ਕੀਤੀ ਜਾਏਗੀ, ਬੜੇ ਹੀ ਸੁੰਦਰ ਸ਼ਬਦਾਂ ਦੇ ਵਿੱਚ, ਜਿਹਦੇ ਵਿੱਚ ਕਿਸੇ ਦੀ ਸ਼ਾਨ ਦੇ ਵਿੱਚ ਗੁਸਤਾਖੀ ਖਾਸ ਤੌਰ ਤੇ ਨਹੀਂ ਹੋਵੇਗੀ। ਨਾ ਤਾਂ ਭਾਰਤ ਸਰਕਾਰ ਦੇ, ਨਾ ਭਾਰਤ ਸਰਕਾਰ ਦੇ ਕਿਸੇ ਨੁਮਾਇੰਦੇ ਦੀ ਸ਼ਾਨ 'ਚ ਗੁਸਤਾਖੀ ਹੋਏਗੀ। ਸਿਰਫ ਉਹ 'ਚ ਹੱਕਾਂ ਦੀ ਗੱਲ ਹੋਏਗੀ, ਜਿਹੜਾ ਕਿ ਸਾਡਾ ਹੱਕ ਵੀ ਬਣਦਾ, ਜਿਹੜਾ ਹਿਊਮਨ ਰਾਈਟਸ ਦੇ ਅੰਦਰ ਆਉਂਦਾ, ਫੰਡਾਮੈਂਟਲ ਰਾਈਟਸ ਦੇ ਵਿੱਚ ਆਉਂਦਾ, ਜਿਸ ਦਾ ਬਹੁਤ ਬੁਰੀ ਤਰ੍ਹਾਂ ਜਿਹੜਾ
ਉਹਨਾਂ ਨੂੰ ਬ੍ਰੇਕ ਕੀਤਾ ਜਾ ਰਿਹਾ ਇੰਡੀਆ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਜੀ। ਇਸ ਪੂਰੇ ਸੰਘਰਸ਼ ਦੀਆਂ ਜਦੋਂ ਤਸਵੀਰਾਂ ਅਸੀਂ ਇੱਥੇ ਦੂਰ ਬੈਠਿਆਂ ਦੇਖਦੇ ਹਾਂ। ਸੋ ਈਮੇਲ ਡਰਾਫਟ ਕੀਤੀ ਜਾਏਗੀ ਔਰ ਈਮੇਲ ਸਾਰੇ ਜਿਹੜੇ ਐਮਪੀਜ਼ ਨੂੰ, ਤਾਂ ਜੋ ਉਹ ਪਰਸਨਲੀ ਆਪਣੇ ਇਨਬਾਕਸ ਦੇ ਵਿੱਚ ਉਸ ਪੂਰੀ ਹਕੀਕਤ ਤੋਂ ਜਾਣੂ ਹੋ ਸਕਣ। ਇੱਕ ਉਹਨਾਂ ਨੂੰ ਆਫੀਸ਼ੀਅਲ ਇਨਫੋਰਮੇਸ਼ਨ ਮਿਲ ਰਹੀ ਹੋਗੀ ਅਲੱਗ-ਅਲੱਗ ਵਿਕਾਊ ਮੀਡੀਆ ਵੱਲੋਂ, ਆਈ ਵੁੱਡ ਸੇ ਕਿ ਵਿਕਾਊ ਮੀਡੀਆ ਵੱਲੋਂ ਉਸ ਇਨਫੋਰਮੇਸ਼ਨ ਦੇ ਅਗੇਂਸਟ ਉਹਨਾਂ ਕੋਲ ਇੱਕ ਹੋਰ ਤੱਥ ਵੀ ਹੋਊਗਾ, ਤਾਂ ਜੋ ਆਪਣੀ ਸੋਚ ਨੂੰ, ਆਪਣੇ ਦਿਮਾਗ ਨੂੰ ਥੋੜਾ ਸਾ ਲਾ ਕੇ ਹੋਰ ਸਰਚ ਕਰ ਸਕਣ ਔਰ ਰਿਐਲਿਟੀ ਤੋਂ ਜਾਣੂ ਹੋ ਸਕਣ। ਦੂਸਰਾ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਇੱਕ ਸ਼ੁੱਧ, ਸਾਫ਼ ਸੁਥਰੀ ਤੇ ਇੱਕ ਪੋਜ਼ਿਟਿਵ ਵੇ ਨਾਲ ਜਿਹੜੀ ਪ੍ਰੋਗਰੈਸ ਦਿਖਾਈ ਜਾਵੇ ਇਸ ਪੂਰੇ ਜਿਹੜੇ ਪ੍ਰੋਟੈਸਟ ਜਾਂ ਇਸ ਪੂਰੀ ਸਪੋਰਟ ਦੇ ਵਿੱਚ, ਉਸ ਵਾਸਤੇ ਵੀ ਇੱਕ ਅਲੱਗ ਤੋਂ ਜਿਹੜੀ ਕਮੇਟੀ ਤਿਆਰ ਕੀਤੀ ਗਈ ਆ, ਜੋ ਸੋਸ਼ਲ ਮੀਡੀਆ ਨੂੰ ਵਾਚ ਤਾਂ ਕਰੇਗੀ ਤੇ ਉੱਥੇ ਇੱਕ ਸਾਫ਼ ਸੁਥਰਾ ਜਿਹੜਾ ਤਰੀਕਾ ਹੈਗਾ ਪ੍ਰੋਟੈਸਟ ਦਾ, ਉਸ ਨੂੰ ਮੇਨਟੇਨ ਕਰਨ ਦੇ ਵਿੱਚ ਵੀ ਮੇਰੇ ਖਿਆਲ ਦੇ ਵਿੱਚ ਖਿਆਲ ਰੱਖੇਗੀ, ਧਿਆਨ ਦੇਵੇਗੀ। ਬਿਲਕੁਲ, ਔਰ ਉਸ ਤੇ ਸਾਰੀ ਚੀਜ਼ ਤੇ ਚੈੱਕ ਰਹੇਗਾ। ਇਹ ਨਹੀਂ ਹੈ ਵੀ ਜਿਹੜਾ ਵੀ ਆਵੇ ਤੇ ਉਹ ਆਪਣੀ ਮਰਜ਼ੀ ਦੇ ਨਾਲ ਜੋ ਮਰਜ਼ੀ ਕੁਝ ਪੋਸਟ ਕਰ ਜਾਵੇ, ਉਹ ਅਜਿਹਾ ਨਹੀਂ ਹੋਵੇਗਾ। ਉਸ ਤੇ ਬੜਾ ਹੀ ਸਖਤ ਚੈੱਕ ਰਹੇਗਾ, ਸੋ ਉਹ ਜ਼ਰੂਰੀ ਵੀ ਹੈ। ਔਰ ਇਹ ਸਾਰਿਆਂ ਵੱਲੋਂ ਜਿਹੜੇ ਸਪੋਰਟਰਸ ਨੇ, ਉਹਨਾਂ ਵੱਲੋਂ ਸਾਰੇ ਸਪੋਰਟਰਸ ਨੂੰ ਹੀ ਬੇਨਤੀ ਹੈ ਕਿ ਤੁਸੀਂ ਜੇ ਕੁਝ ਵੀ ਪੋਸਟ ਕਰਨਾ ਚਾਹੁੰਦੇ ਹੋ ਤਾਂ ਇੱਕ ਪ੍ਰੋਪਰਲੀ ਜੋ ਪੇਜ ਤਿਆਰ ਕੀਤਾ ਜਾਵੇਗਾ, ਉਸ ਪੇਜ ਦੇ ਰਾਹੀਂ ਹੀ ਉਹੀ ਅਥੈਂਟਿਕ ਹੋਊਗੀ ਇਨਫੋਰਮੇਸ਼ਨ। ਅਦਰਵਾਈਜ਼ ਤੁਸੀਂ ਪਰਸਨਲ ਬਲੌਗ ਦੇ ਉੱਪਰ ਕੁਝ ਵੀ ਪੋਸਟ ਕਰ ਸਕਦੇ ਹੋ, ਜੋ ਰੌਲਾ ਰੱਪਾ ਚੱਲਦਾ, ਤਾਂ ਜੋ ਜਿਹੜਾ ਉਹ ਅਫੀਸ਼ੀਅਲ ਪੇਜ ਹੋਊਗਾ ਉਸ ਦੇ ਵਾਸਤੇ, ਉਸ ਪੇਜ ਦੇ ਵਿੱਚ ਜੋ ਵੀ ਇਨਫੋਰਮੇਸ਼ਨ ਡਿਲੀਵਰ ਕੀਤੀ ਜਾਵੇਗੀ ਉਹ ਕਿਤੇ ਨਾ ਕਿਤੇ ਇੱਕ ਫਿਲਟਰ ਦੇ ਰਾਹੀਂ ਲੱਗ ਕੇ ਉਸ ਦੇ ਉੱਪਰ ਪੋਸਟ ਹੋਵੇ। ਬਿਲਕੁਲ, ਔਰ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਉਸ ਪੇਜ ਦਾ ਲਿੰਕ ਵੀ ਪਾ ਦਿੰਦੇ ਹਾਂ, ਤੇ ਤਾਂ ਕਿ ਤੁਸੀਂ ਵੀ ਉਸ ਪੇਜ ਨੂੰ ਲਾਈਕ ਕਰ ਸਕੋ, ਜੁਆਇਨ ਕਰ ਸਕੋ, ਤੇ ਤੁਸੀਂ ਵੀ ਆਪਣੀਆਂ ਵੀਡੀਓਜ਼ ਜਿਹੜੀਆਂ ਨੇ ਉਹ ਬਣਾ ਕੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਕੇ ਤੇ ਉਹ ਸਬਮਿਟ ਕਰਵਾ ਸਕਦੇ ਹੋ। ਜੋ ਵੀ ਉੱਥੇ ਐਡਮਿਨ ਸਾਹਿਬਾਨ ਹੋਣਗੇ ਉਹ ਉਹਨਾਂ ਨੂੰ ਵਾਚ ਕਰਕੇ ਤੇ ਫਿਰ ਉਹਨਾਂ ਨੂੰ ਅਪਰੂਵ ਕਰ ਦੇਣਗੇ। ਜਿਸ ਤਰ੍ਹਾਂ ਅਸੀਂ ਆਪਣੇ ਵਿਚਾਰ ਸਾਂਝੇ ਕਰ ਰਹੇ ਹਾਂ ਤੁਹਾਡੇ ਨਾਲ, ਤੁਹਾਡੇ ਮਨ ਦੇ ਵਿੱਚ ਵੀ ਬਹੁਤ ਸਾਰੇ ਵਾਵਰੋਲੇ ਹੋਣਗੇ, ਬਹੁਤ ਸਾਰੇ ਹੰਝੂ ਹੋਣਗੇ, ਬਹੁਤ ਸਾਰੀਆਂ ਉਹ ਜਜ਼ਬੇ ਨਾਲ ਜੁੜੀਆਂ ਗੱਲਾਂ ਬਾਤਾਂ ਹੋਣਗੀਆਂ। ਤੁਸੀਂ ਉਹਨਾਂ ਨੂੰ ਰਿਕਾਰਡ ਕਰਕੇ ਤੁਸੀਂ ਉਸ ਪੇਜ ਦੇ ਐਡਮਿਨ ਨੂੰ ਭੇਜ ਸਕਦੇ ਹੋ, ਉਹ ਤੁਹਾਡੇ ਨਾਮ ਦੇ ਥੱਲੇ ਉੱਥੇ ਪੋਸਟ ਕਰੇਗਾ, ਤਾਂ ਜੋ ਇੱਕ এনवायरमेंट ਬਿਲਡ ਹੁੰਦਾ ਰਹੇ ਔਰ ਅਸੀਂ ਉਸ ਹਕੀਕਤ ਤੋਂ, ਹੋ ਸਕਦਾ ਕਿਸੇ ਨੂੰ ਬਹੁਤ ਸੋਹਣੀ ਅੰਗਰੇਜ਼ੀ ਬੋਲਣੀ ਆਉਂਦੀ ਹੋ ਸਕਦਾ ਕੋਈ ਬੰਦਾ ਉਸ ਪੂਰੇ ਮੁੱਦੇ ਨੂੰ ਇਕਨੋਮੀ ਦੇ ਨਾਲ ਜੋੜ ਕੇ ਪ੍ਰੈਜ਼ੈਂਟ ਕਰ ਸਕਦਾ ਹੋਵੇ, ਹੋ ਸਕਦਾ ਕੋਈ ਉਸ ਨੂੰ ਧਾਰਮਿਕ ਜਿਹੜੀ ਨਿਰਪੱਖਤਾ ਉਸ ਦੇ ਰਾਹੀਂ ਉਸ ਨੂੰ ਰਿਪਰੈਜ਼ੈਂਟ ਕਰ ਸਕਦਾ ਹੋਵੇ। ਤੁਸੀਂ ਆਪਣੀ ਜੋ ਵੀ ਸਕਿੱਲ ਆ ਉਸ ਤਰੀਕੇ ਨਾਲ ਤੁਸੀਂ ਚਾਹੇ ਆਡੀਓ, ਵੀਡੀਓ, ਚਾਹੇ ਨੋਟ, ਜੋ ਵੀ ਤੁਸੀਂ ਉਸ ਸਾਂਝੇ ਪੇਜ ਦੇ ਵਿੱਚ ਇੱਕ ਸਾਂਝੇ ਰੂਪ ਦੇ ਵਿੱਚ ਅਸੀਂ ਅੱਗੇ ਲੈ ਕੇ ਆਈਏ, ਤਾਂ ਜੋ ਸਾਡਾ ਜਿਹੜਾ ਇੱਥੇ ਡਿਜੀਟਲ ਵੇ ਆਫ ਵਰਕ ਆ ਨਵੇਂ ਯੁੱਗ ਦੇ ਵਿੱਚ ਉਹ ਅਸੀਂ ਸਿਰੇ ਦੇ ਪ੍ਰਚਾਰ। ਬਿਲਕੁਲ, ਔਰ ਰੋਬੀ ਜੀ ਇੱਥੇ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸਣਾ ਬਣਦਾ ਕਿ ਇਸ ਨੂੰ ਕਿਸੇ ਕਿਸਮ ਦੀ ਧਾਰਮਿਕ ਰੰਗਤ ਖਾਸ ਐਂਗਲ ਤੋਂ ਦੇਣ ਦੀ ਕੋਸ਼ਿਸ਼ ਨਾ ਕੀਤੀ ਜਾਵੇ, ਕਿਉਂਕਿ ਜੋ ਵੀ ਉੱਥੇ ਮੌਜੂਦ ਸਨ ਸੱਜਣ, ਪਤਵੰਤੇ ਸੱਜਣ, ਉਹਨਾਂ ਨੇ ਸਰ ਨੇ ਇਹ ਫੈਸਲਾ ਕੀਤਾ ਕਿ ਖਾਸ ਤੌਰ ਤੇ ਧਾਰਮਿਕ ਰੰਗਤ ਦਿੱਤੀਆਂ ਗਈਆਂ ਪੋਸਟਾਂ ਨੂੰ ਅਪਰੂਵ ਨਹੀਂ ਕੀਤਾ ਜਾਏਗਾ। ਨਾ ਧਾਰਮਿਕ ਰੰਗਤ ਵਾਲੀਆਂ ਨੂੰ, ਨਾ ਹੀ ਫਿਰਕਾ ਪ੍ਰਸਤੀ, ਸਿਰਫ ਇੱਕੋ ਹੀ ਚੀਜ਼ ਦਾ ਫੋਕਸ ਹੋਣਾ ਚਾਹੀਦਾ, ਉਹ ਹੈ ਸਪੋਰਟ ਟੂ ਫਾਰਮਰਸ। ਸੋ ਇਸ ਤੋਂ ਇਲਾਵਾ ਇੱਕ ਹੋਰ ਜਿਹੜਾ ਉੱਥੇ ਐਕਟੀਵਿਟੀ ਜਿਹੜੀ ਲਾਂਚ ਕੀਤੀ ਗਈ ਹੈ, ਜਿਸ ਦੇ ਉੱਪਰ ਵਰਕ ਬਹੁਤ ਜਲਦੀ ਹੋਏਗਾ, ਜਿਸ ਦੇ ਵਿੱਚ ਤੁਹਾਡੀ ਸਾਰਿਆਂ ਦੀ ਸਪੋਰਟ ਰਹੇਗੀ, ਰਾਬਤਾ ਦੇ ਜ਼ਰੀਏ ਤੁਹਾਡੇ ਤੱਕ ਅਸੀਂ ਉਹਨਾਂ ਦਾ ਸੰਦੇਸ਼ ਪਹੁੰਚਾਉਣਾ ਚਾਹੁੰਦੇ ਹਾਂ, ਉਹ ਇਹ ਹੈ ਕਿ ਬੱਸ ਸਟਾਪ, ਜਿੰਨੇ ਵੀ ਪਬਲਿਕ ਬੱਸ ਸਟਾਪ ਨੇ, ਉਹਨਾਂ ਦੇ ਉੱਪਰ ਜਿਹੜਾ ਐਡਵਰਟਾਈਜ਼ਮੈਂਟ ਉਸ ਨੂੰ ਡਿਜ਼ਾਈਨ ਕਰਵਾ ਕੇ ਉਸ ਦਾ ਆਰਟ ਵਰਕ ਕਰਕੇ ਉਸ ਦੀ ਅਲੱਗ ਤੋਂ ਰਿਸਪੌਂਸਿਬਿਲਿਟੀ ਜਿਹੜੀ ਲੈਤੀ ਗਈ ਹੈ, ਉਸ ਨੂੰ ਸਪਾਂਸਰ ਕੀਤਾ ਜਾਏਗਾ। ਉਸ ਦੀ ਕਾਸਟ $300 to $500 ਦੇ ਕਰੀਬ ਹੈ। ਉਸ ਦੇ ਵਿੱਚ ਜੇ ਤੁਸੀਂ ਖੁਦ ਫਿਜ਼ੀਕਲੀ ਆ ਕੇ ਇਸ ਮੁਹਿੰਮ ਦਾ ਹਿੱਸਾ ਨਹੀਂ ਬਣ ਸਕਦੇ ਜਾਂ ਆਪਣਾ ਨਾਮ ਤੁਸੀਂ ਹਾਈਡ ਕਰਨਾ ਚਾਹੁੰਦੇ ਹੋ ਕਿਸੇ ਕਾਰਨ, ਤੁਸੀਂ ਉਸ ਦੇ ਵਿੱਚ ਫਾਈਨੈਂਸ਼ੀਅਲੀ ਸਪੋਰਟ ਕਰ ਸਕਦੇ ਹੋ। ਤੁਸੀਂ ਕਿਸੇ ਨੂੰ ਪੈਸੇ ਨਹੀਂ ਭੇਜਣੇ, ਤੁਸੀਂ ਸਿਰਫ ਉਹ ਆਰਟ ਵਰਕ ਲੈਣਾ। ਉਸ ਆਰਟ ਵਰਕ ਨੂੰ ਤੁਸੀਂ ਲਿਸਟ ਆ ਜਿਹੜੀ ਉਹ ਜਿਹੜੇ ਅਵੇਲੇਬਲ ਸਪੇਸਿਸ ਨੇ ਉਹਨਾਂ ਦੀ ਤੁਹਾਨੂੰ ਮਿਲ ਜਾਏਗੀ। ਉਹਨਾਂ ਨੂੰ ਤੁਸੀਂ ਡਾਇਰੈਕਟ ਕੰਟੈਕਟ ਕਰਕੇ ਉਹਨਾਂ ਨੂੰ ਆਪਣੀ ਹੀ ਪਾਕਟ 'ਚ ਉਹਨਾਂ ਨੂੰ ਪੇ ਕਰਕੇ 1 ਮਹੀਨੇ ਲਈ ਉਹ ਐਡ ਉੱਥੇ ਚੱਲੇਗੀ। ਤਾਂ ਇੱਕ ਬੜਾ ਹੀ ਇਹ ਸਾਰਥਕ ਸਿੱਧ ਹੋਵੇਗਾ ਔਰ ਜਿਸ ਦੇ ਰਾਹੀਂ ਅਸੀਂ ਸੁਨੇਹਾ ਦੇ ਦੇਵਾਂਗੇ ਇੱਥੋਂ ਦੇ ਲੋਕਲ ਪਬਲਿਕ ਨੂੰ ਕਿ ਇੰਡੀਆ ਦੇ ਵਿੱਚ ਕੀ ਹੋ ਰਿਹਾ ਔਰ ਕੀ ਨਹੀਂ ਹੋਣਾ ਚਾਹੀਦਾ ਔਰ ਕਿਸ ਤਰ੍ਹਾਂ ਇਸ ਦੇ ਵਿੱਚ ਅਸੀਂ ਸਪੋਰਟ ਕਰ ਸਕਦੇ। ਜੀ, ਔਰ ਥੋੜਾ ਜਿਹਾ ਹੋਰ ਖੁੱਲ ਕੇ ਦੱਸ ਦਈਏ ਜਿਹੜੀਆਂ ਕਿ ਤੁਸੀਂ
ਬੱਸ ਸਟਾਪਸ ਦੇ ਉੱਪਰ ਜੀ। ਸਕਰੀਨਾਂ ਲੱਗੀਆਂ ਦੇਖੀਆਂ ਹੋਣਗੀਆਂ, ਜੀ ਉਹਨਾਂ ਦੀ ਗੱਲ ਹੋ ਰਹੀ ਹੈ। ਹਾਂ, ਜਿੱਥੇ ਜ਼ਿਆਦਾ ਮੈਕਡੋਨਲਡਸ ਜਾਂ ਹੋਰ ਇਦਾਂ ਦੀਆਂ ਜਿਹੜੀਆਂ ਐਡਵਰਟਾਈਜ਼ਮੈਂਟ ਵਗੈਰਾ ਅਸੀਂ ਦੇਖਦੇ ਹਾਂ ਆਉਂਦੇ ਜਾਂਦੇ। ਜੀ। ਇੱਥੇ ਰੋਬੀ ਜੀ ਇੱਕ ਹੋਰ ਵੀ ਗੱਲ ਹੋ ਸਕਦੀ ਹੈ, ਮੰਨ ਲਓ ਜਿਵੇਂ ਤਕਰੀਬਨ 3 ਤੋਂ ਲੈ ਕੇ $500 ਪਰ ਮੰਥ ਦਾ ਉਹਦਾ ਖਰਚਾ ਹੈ। ਜੀ। ਕਈ ਸੱਜਣ ਇਸ ਮੁਹਿੰਮ 'ਚ ਆਪਣਾ ਦਸਵੰਧ ਤਾਂ ਪਾਉਣਾ ਚਾਹੁੰਦੇ ਨੇ, ਬਟ ਉਹ $300 ਅਫੋਰਡ ਨਹੀਂ ਕਰ ਜੀ। ਸਕਦੇ, ਸੋ 2 ਜਾਂ 3 ਬੰਦੇ ਤਿੰਨ ਤੁਸੀਂ ਬੰਦੇ ਰਲ ਰਲ ਕੇ ਕੇ ਵੀ ਤੁਸੀਂ ਇੱਕ ਨੂੰ ਬਿਲਕੁਲ। ਲੈ ਸਕਦੇ ਹੋ। ਹਾਂ। ਤੇ ਅਗੇਨ ਤੁਸੀਂ ਜੇ ਉਸ ਨੂੰ ਐਫਰਟ ਕਰ ਰਹੇ ਹੋ, ਇਸ ਦੇ ਵਿੱਚ ਕੋਈ ਸੈਲਫ ਪ੍ਰਮੋਸ਼ਨ ਦੀ ਗੱਲ ਨਹੀਂ ਹੈ। ਹਾਂ। ਉਹਦੇ ਵਿੱਚ ਕੀ ਹੁੰਦਾ ਕਿ ਤੁਹਾਡੀ ਇਨਫੋਰਮੇਸ਼ਨ ਅਸੀਂ ਜ਼ਰੂਰ, ਜੇ ਤੁਸੀਂ ਚਾਹੋਗੇ ਜਾਂ ਉਹ ਜਿਹੜਾ ਗਰੁੱਪ ਨੂੰ ਮੇਨਟੇਨ ਕਰਦੇ ਜਿਹੜਾ ਸੋਸ਼ਲ ਮੀਡੀਆ ਨੂੰ ਮੇਨਟੇਨ ਕਰੇਗਾ, ਜੇ ਤੁਸੀਂ ਚਾਹੋਗੇ ਤਾਂ ਉਸ ਦੇ ਵਿੱਚ ਉਸ ਜਗ੍ਹਾ ਦੀ ਫੋਟੋ ਤੇ ਤੁਸੀਂ ਆਪਣੀ ਫੋਟੋ ਵੀ ਪਾ ਸਕਦੇ ਹੋ ਕਿ ਇਹ ਜਿਹੜਾ ਸਪਾਂਸਰ ਕੀਤਾ ਗਿਆ ਇਹਨਾਂ ਹਾਂ। ਸੱਜਣਾ ਵੱਲੋਂ। ਤਾਂ ਜੋ ਇਸ ਡਿਪੈਂਡਸ ਕਿ ਤੁਸੀਂ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਉਸ ਸਪੋਰਟ ਦੇ ਵਿੱਚ ਲੈ ਕੇ ਆਉਣਾ ਹਾਂ, ਚਾਹੁੰਦੇ ਹੋ। ਉਹ ਸਾਡੇ ਦੋਸਤ ਫੋਟੋ ਖਿੱਚ ਕੇ ਉਸ ਸਕਰੀਨ ਦੇ ਨਾਲ ਤੇ ਸਾਨੂੰ ਭੇਜ ਸਕਦੇ ਨੇ। ਜੀ। ਆਈ ਮੀਨ ਨਾਟ ਰੋਬੀ ਔਰ ਰਿਸ਼ੀ, ਹਾਂ। ਇਹ ਸੋਸ਼ਲ ਮੀਡੀਆ ਤੇ ਜੋ ਅਸੀਂ ਸਿਰਫ ਐਡਮਿਨ ਹੋਣਗੇ ਸੁਨੇਹਾ ਤੁਹਾਨੂੰ ਪਹੁੰਚਾ ਰਹੇ ਹਾਂ, ਜੀ। ਜਿਹੜਾ ਕਿ ਉੱਥੇ ਡਿਸਾਈਡ ਕੀਤਾ ਗਿਆ। ਅਸੀਂ ਉਸ ਮੀਟਿੰਗ ਦੇ ਵਿੱਚ ਐਜ਼ ਅ ਮੀਡੀਆ ਵੀ ਰਿਪਰੈਜ਼ੈਂਟ ਕੀਤਾ ਜੀ। ਤੇ ਐਜ਼ ਅ ਪਰਸਨ ਅਸੀਂ ਉਸ ਨੂੰ ਸਪੋਰਟ ਵੀ ਕਰਦੇ ਹਾਂ। ਜੀ। ਸੋ ਅਗਲਾ ਹੈ ਰੋਬੀ ਜੀ, ਕਾਰਾਂ ਤੇ ਪੋਸਟਰ ਲਾਉਣ ਬਾਰੇ। ਜੀ, ਕਾਰਾਂ ਦੇ ਉੱਪਰ ਪੋਸਟਰ ਲਾ ਕੇ ਤਾਂ ਜੋ ਵੀ ਤੁਹਾਡੀ ਕਾਰ ਦੇ ਪਿੱਛੇ ਕੋਈ, ਜਿੱਦਾਂ ਅਸੀਂ ਆਪਣਾ ਨਾਮ ਨੰਬਰ ਪਲੇਟ ਲੈਂਦੇ ਹਾਂ, ਉਸੇ ਤਰ੍ਹਾਂ ਹੀ ਪਿੱਛੇ ਪੋਸਟਰ ਲੱਗਿਆ ਹੁੰਦਾ ਲੋਕਾਂ ਦੇ ਕਿ ਵੀ ਹਾਂ ਊਬਰ ਦਾ ਲੱਗਿਆ ਹੁੰਦਾ ਜਾਂ ਚਾਈਲਡ ਔਨ ਸੀਟ ਵਗੈਰਾ, ਉਸ ਤਰ੍ਹਾਂ ਇੱਕ ਪੋਸਟਰ ਜਿਹੜਾ ਤੁਹਾਡੇ ਪਿੱਛੇ ਕਾਰ ਦੇ ਵਿੱਚ ਚਿਪਕਾ ਦਿੱਤਾ ਜਾਵੇਗਾ, ਤਾਂ ਜੋ ਜਿੱਥੋਂ ਵੀ ਤੁਹਾਡੀ ਕਾਰ ਡਰਾਈਵ ਹੋ ਕੇ ਜਾ ਰਹੀ ਆ, ਤੁਸੀਂ ਚਾਹੇ ਊਬਰ ਡਰਾਈਵ ਕਰਦੇ ਹੋ, ਟੈਕਸੀ ਡਰਾਈਵ ਕਰਦੇ ਹੋ, ਤਾਂ ਤੁਸੀਂ ਉਹ ਸੁਨੇਹਾ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਡਿਲੀਵਰ ਕਰ ਸਕਦੇ ਹੋ। ਉਸ ਦਾ ਕੰਟੈਂਟ ਕੀ ਹੋਣਾ ਚਾਹੀਦਾ, ਉਸ ਦੀ ਅਲੱਗ ਤੋਂ ਇੱਕ ਗਰੁੱਪ ਨੂੰ ਜ਼ਿੰਮੇਵਾਰੀ ਦਿੱਤੀ ਗਈ ਆ। ਉਸ ਕੰਟੈਂਟ ਨੂੰ ਕਿਸ ਤਰ੍ਹਾਂ ਪ੍ਰਿੰਟ ਕਰਵਾਇਆ ਜਾਵੇ, ਉਸ ਦੀ ਅਲੱਗ ਤੋਂ ਇੱਕ ਗਰੁੱਪ ਨੂੰ ਜ਼ਿੰਮੇਵਾਰੀ ਦਿੱਤੀ ਗਈ ਆ। ਤੇ ਟੀ-ਸ਼ਰਟਾਂ ਜਿਹੜੀਆਂ ਡਿਜ਼ਾਈਨ ਕਰਵਾਈਆਂ ਗਈਆਂ, ਉਸ ਦੀ ਅਲੱਗ ਤੋਂ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਆ। ਸੋ ਇਹ ਸਾਰੀਆਂ ਗੱਲਾਂ ਦੱਸਣ ਦੇ ਪਿੱਛੇ ਮਕਸਦ ਇਹ ਹੀ ਹੈ ਕਿ ਜਿੰਨੇ ਵੀ ਉੱਥੇ ਲੋਕ ਆਏ ਸਨ ਔਰ ਜਿੰਨੇ ਵੀ ਫੋਨ ਦੇ ਰਾਹੀਂ ਰਾਬਤਾ ਬਣਾ ਰਹੇ ਸਨ, ਸਾਰਿਆਂ ਨੂੰ ਅਲੱਗ-ਅਲੱਗ ਤੋਂ ਅਲੱਗ ਜ਼ਿੰਮੇਵਾਰੀਆਂ ਦਿੱਤੀਆਂ। ਸਾਰੇ ਆਪਣੇ ਕੰਮ ਤੇ ਫੋਕਸ ਕਰ ਰਹੇ ਨੇ, ਇੱਕ ਬੜੇ ਆਰਗੇਨਾਈਜ਼ ਤਰੀਕੇ ਦੇ ਨਾਲ ਕੰਮ ਹੋ ਰਿਹਾ, ਵਿਚ ਇਜ਼ ਕਾਫੀ ਹੱਦ ਤੱਕ ਜਦੋਂ ਅਸੀਂ ਮੀਡੀਆ ਦੇ ਨਜ਼ਰੀਏ ਤੋਂ ਦੇਖੀਏ ਸ਼ਲਾਘਾਯੋਗ ਵੀ ਹੈ ਕਿ ਇੱਕ ਇਵੈਂਟ ਨੂੰ ਬੜੇ, ਜਿਸ ਤਰ੍ਹਾਂ ਉੱਥੇ ਇੱਕ ਆਰਗੇਨਾਈਜ਼ ਤਰੀਕੇ ਨਾਲ ਚਲਾਇਆ ਜਾ ਰਿਹਾ, ਤਾਂ ਇੱਥੇ ਵੀ ਜਿਹੜੀ ਸਪੋਰਟ ਵੀ ਇੱਕ ਆਰਗੇਨਾਈਜ਼ ਤਰੀਕੇ ਦੇ ਨਾਲ ਕੀਤੀ ਜਾ ਰਹੀ ਹੈ। ਜੀ। ਸੋ ਰੋਬੀ ਜੀ, ਇੱਕ ਬੜੀ ਖਾਸ ਚੀਜ਼ ਹੈ ਕਿ ਇਨਫੋਰਮੇਸ਼ਨ ਡਿਲੀਵਰ ਕਰਨਾ, ਇਹ ਸਾਰੇ ਹੀ ਪ੍ਰੋਜੈਕਟ ਦਾ ਬਹੁਤ ਇੰਪੋਰਟੈਂਟ ਪਾਰਟ ਹੈ। ਜੀ। ਮੰਨ ਲਵੋ ਮੈਨੂੰ ਇੱਕ ਪੁਆਇੰਟ ਬਾਰੇ ਘੱਟ ਨੌਲੇਜ ਹੈ, ਤੁਹਾਨੂੰ ਦੂਜੇ ਪੁਆਇੰਟ ਬਾਰੇ ਘੱਟ ਨੌਲੇਜ ਹੈ, ਜੀ। ਮੈਂ ਵੀ ਬਾਈ ਚਾਂਸ ਉਸੇ ਪਰਸਨ ਨੂੰ ਇਨਫੋਰਮੇਸ਼ਨ ਦਿੱਤੀ ਹੈ, ਤੁਸੀਂ ਵੀ ਉਸੇ ਇਨਫੋਰਮੇਸ਼ਨ ਦਿੱਤੀ ਹੈ। ਜਦੋਂ ਉਹ ਬੰਦਾ ਖੁਦ ਥਿੰਕ ਕਰੇਗਾ ਵੀ ਮੈਨੂੰ ਰਿਸ਼ੀ ਨੇ ਕੁਝ ਹੋਰ ਦੱਸਿਆ, ਰੋਬੀ ਨੇ ਕੁਝ ਹੋਰ ਦੱਸਿਆ, ਇਹ ਬਹੁਤ ਖਤਰਨਾਕ ਚੀਜ਼ ਹੈ। ਜੀ। ਸੋ ਇਹਦੇ ਵਾਸਤੇ ਆਪਾਂ ਪੋਸਟਰਾਂ ਦੇ ਬਾਰੇ ਵੀ ਵਿਚਾਰ ਕੀਤਾ। ਜੀ ਬਿਲਕੁਲ। ਪੋਸਟਰ ਜਾਂ ਜਿੰਨਾ ਵੀ ਕੰਟੈਂਟ ਆ, ਕਾਫੀ ਹੱਦ ਤੱਕ ਇਸ ਚੀਜ਼ ਨੂੰ ਡਿਜ਼ਾਈਨ ਕੀਤਾ ਗਿਆ ਕਿ ਜਿਹੜੀ ਇਨਫੋਰਮੇਸ਼ਨ ਆ ਉਹ ਸਾਰਿਆਂ ਦੀ ਸਾਂਝੀ ਹੀ ਹੋਵੇ। ਇਨ ਫਿਊਚਰ ਦੇ ਵਿੱਚ ਵੈਬਸਾਈਟ ਬਿਲਡ ਕਰਨਾ, ਪਾਰਲੀਮੈਂਟ ਦੇ ਅੱਗੇ ਪ੍ਰੋਟੈਸਟ ਕਰਨਾ, ਉਹ ਅਲੱਗ-ਅਲੱਗ ਤੋਂ ਕਮੇਟੀਆਂ ਬਣਾ ਦਿੱਤੀਆਂ ਗਈਆਂ। ਬਹੁਤ ਸਾਰੀਆਂ ਗੱਲਾਂ ਅਸੀਂ ਇੱਥੇ ਐਕਸਪਲੋਰ ਨਹੀਂ ਕਰ ਸਕਦੇ, ਪਰਸਨ ਦੇ ਨੇਮ ਅਸੀਂ ਐਕਸਪਲੋਰ ਨਹੀਂ ਕਰ ਸਕਦੇ। ਬਸ ਇਹ ਹੀ ਸੁਨੇਹਾ ਦੇਣਾ ਚਾਹ ਰਹੇ ਹਾਂ ਅਸੀਂ ਉਸ ਕਮੇਟੀ ਵੱਲੋਂ ਕਿ ਕਾਫੀ ਸਾਰਾ ਚੀਜ਼ਾਂ ਡਿਸਾਈਡ ਹੋ ਚੁੱਕੀਆਂ, ਬਸ ਹੁਣ ਮੈਨ ਪਾਵਰ ਦੀ ਜ਼ਰੂਰਤ ਆ, ਹੁਣ ਤੁਹਾਡੀ ਜ਼ਰੂਰਤ ਆ ਉਸ ਦੇ ਨਾਲ ਜੁੜਨ ਦੀ ਔਰ ਆਪਣਾ ਬਣਦਾ ਯੋਗਦਾਨ ਪਾਉਣ ਦੀ। ਗੱਲ ਨੂੰ ਆਪਾਂ ਮੇਰੇ ਖਿਆਲ ਦੇ ਵਿੱਚ ਬਹੁਤ ਲੰਬੀ ਨਾ ਲੈ ਕੇ ਜਾਈਏ ਔਰ ਸੋ ਫਲਾਇਰ ਵਾਲੀ ਗੱਲ ਨੂੰ ਆਪਾਂ ਇਦਾਂ ਸਮੇਟਦੇ ਹਾਂ ਕਿ ਉਹ ਜਿਹੜਾ ਕੰਟੈਂਟ ਹੈ ਉਹ ਡਿਜ਼ਾਈਨ ਕੀਤਾ ਜਾ ਰਿਹਾ ਹੈ ਔਰ ਉਹ ਅਵੇਲੇਬਲ ਕਰਵਾ ਦਿੱਤਾ ਜਾਏਗਾ। ਤੁਸੀਂ ਫਿਰ ਉਹਦੀ PDF ਜਾਂ JPG ਜੋ ਵੀ ਸੈੱਟ ਲੱਗੇਗਾ ਉਹਨੂੰ ਅਪਲੋਡ ਕਰ ਦਿਆਂਗੇ ਤੇ ਉਸ ਨੂੰ ਤੁਸੀਂ ਪ੍ਰਿੰਟ ਕਰਵਾ ਕੇ ਤੁਸੀਂ ਟੈਕਸੀ ਚਲਾਉਣੇ ਹੋ, ਉਬਰ ਚਲਾਉਣੇ ਹੋ, ਤੁਸੀਂ ਆਪਣੇ ਜਿਹੜਾ ਤੁਹਾਡੇ ਨਾਲ ਪੈਸੇਂਜਰ ਬੈਠਾ ਉਸ ਨੂੰ ਵੀ ਡਿਲੀਵਰ ਕਰ ਸਕਦੇ ਹੋ। ਤੁਸੀਂ ਜਿੱਥੇ ਵੀ ਜਿਸ ਵੀ ਤਰੀਕੇ ਨਾਲ ਡਿਲੀਵਰ ਕਰਨਾ ਚਾਹੋ ਤਾਂ ਕਰ ਸਕਦੇ ਹੋ। ਤੇ ਓਵਰਆਲ ਜੋ ਸਾਰਾ ਸਿਨੈਰੀਓ ਕੱਲ ਦੇਖਣ ਨੂੰ ਮਿਲਿਆ ਉਹ ਸਪੋਰਟਿਵ ਸੀਗਾ। ਉਸ ਦੇ ਵਿੱਚ ਇਹ ਨਹੀਂ ਸੀ ਕਿ ਅਸੀਂ ਵਿਰੋਧ ਕਰਨਾ ਹੈ। ਜੀ, ਵੱਡੀ ਗੱਲ ਇਹ ਸੀ ਅਸੀਂ ਸਪੋਰਟ ਕਰਨੀ ਔਰ ਸਾਰਿਆਂ ਦੀ ਅਪਰੋਚ ਇਹ ਸੀਗੀ ਕਿ ਕਿਉਂਕਿ ਇਸ ਪੂਰੇ ਬਿੱਲ ਦੇ ਵਿੱਚ ਰਿਸ਼ੀ ਜੀ ਗੱਲ ਕੀ ਹੈਗੀ, ਜਿੱਥੋਂ ਕਿਤੇ ਕੋਈ ਵਿਰੋਧ ਹੋ ਰਿਹਾ ਇਸ ਪੂਰੇ ਬਿੱਲ ਦੇ ਵਿੱਚ, ਉੱਥੇ ਉਹਨਾਂ ਨੂੰ ਉਸ ਦੀ ਡੈਪਥ ਨੌਲੇਜ ਨਹੀਂ ਹੈ। ਬਿਲਕੁਲ। ਸੋ ਚਾਹੇ ਉਹ ਕਿਸੇ ਪਾਰਟੀ ਨੂੰ ਬਿਲੋਂਗ ਕਰਦਾ, ਚਾਹੇ ਉਹ ਕਿਸੇ ਵੀ ਗਰੁੱਪ ਨੂੰ ਬਿਲੋਂਗ ਕਰਦਾ, ਉਹਨਾਂ ਨੂੰ ਡੈਪਥ, ਦੇਖੋ ਪਾਰਟੀ ਧਰਮ ਸਭ ਤੋਂ ਬਾਅਦ ਚ ਆਉਂਦੀ ਹੈ। ਸਭ ਤੋਂ ਪਹਿਲਾਂ ਅਸੀਂ ਕਿਸਾਨ ਆ। ਕਿਸਾਨ ਅਸੀਂ ਨਹੀਂ ਆ, ਡਾਇਰੈਕਟਲੀ ਨਹੀਂ, ਅਸੀਂ ਇਨਡਾਇਰੈਕਟਲੀ ਜੁੜੇ ਹੋਏ ਹਾਂ। ਤਾਂ ਉਹ ਲੋਕਾਂ ਨੂੰ ਸਪੋਰਟ ਕਰਨਾ ਸਾਡਾ ਐਥੀਕਲੀ ਸਾਡਾ ਫਰਜ਼ ਬਣਦਾ,
ਸਾਡੀ ਰੂਹ ਨੂੰ ਅਸੀਂ ਜਦੋਂ ਪੁੱਛ ਕੇ ਦੇਖਾਂਗੇ ਤਾਂ ਸਾਡੀ ਡਿਊਟੀ ਬਣਦੀ ਆ। ਜੇ ਤੁਸੀਂ ਆਪਣੀਆਂ ਕੁਝ ਓਬਲੀਗੇਸ਼ਨਸ ਕਰਕੇ ਤੁਸੀਂ ਖੁੱਲ੍ਹ ਕੇ ਸਪੋਰਟ ਨਹੀਂ ਕਰ ਸਕਦੇ ਤਾਂ ਉਸ ਦਾ ਵਿਰੋਧ ਵੀ ਨਾ ਨਾ ਕਰੋ। ਕਰੋ। ਇਹੀ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਨਾ ਵਿਰੋਧ ਕਰਕੇ। ਜੀ। ਸੋ ਸਾਰਿਆਂ ਨੂੰ ਬੇਨਤੀ ਸਾਰਿਆਂ ਵੱਲੋਂ ਇਹੀ ਹੈ ਕਿ ਅਸੀਂ ਇਸ ਨੂੰ ਪੀਸਫੁਲ ਤਰੀਕੇ ਦੇ ਨਾਲ, ਇੱਕ ਵਧੀਆ ਤਰੀਕੇ ਦੇ ਨਾਲ ਅਸੀਂ ਇੱਥੇ ਵੀ ਉਹ ਸੁਨੇਹਾ ਇੱਥੋਂ ਦੇ ਲੋਕਲ ਸਿਸਟਮ ਨੂੰ ਡਿਲੀਵਰ ਕਰ ਸਕੀਏ, ਜੋ ਕਿ ਇੰਡੀਆ ਦੇ ਵਿੱਚ ਇੱਕ ਸਾਡੇ ਬਜ਼ੁਰਗ ਉਹ ਸੁਨੇਹਾ ਡਿਲੀਵਰ ਕਰਨ ਦੇ ਵਿੱਚ ਕਾਫੀ ਹੱਦ ਤੱਕ ਕਾਮਯਾਬ ਹੋ ਗਏ ਹਨ। ਜੀ। ਉਸ ਦੀ ਅਥੈਂਟਿਕ ਇਨਫੋਰਮੇਸ਼ਨ ਇਹ ਵੀ ਹੈ ਕਿ ਦਿੱਲੀ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਰਿਕਸ਼ਾ ਜਾਂ ਦੂਜੇ ਆਟੋ ਚਾਲਕ ਨੇ ਉਹ ਸਟ੍ਰਾਈਕ ਤੇ ਜਾਣ ਲੱਗੇ ਜੀ। ਨੇਗੇ। ਦਿੱਲੀ ਸਪੋਰਟ ਕਰ ਰਹੀ ਹੈ ਉਸ ਪੂਰੀ ਮੁਹਿੰਮ ਨੂੰ, ਪੋਲਿਟਿਕਸ ਨਹੀਂ ਸਪੋਰਟ ਕਰ ਰਹੀ, ਬਟ ਦਿੱਲੀ ਦੇ ਲੋਕ ਉਸ ਚੀਜ਼ ਨੂੰ ਸਪੋਰਟ ਕਰ ਰਹੇ ਨੇ। ਜੀ। ਉਹਨਾਂ ਨੂੰ ਪਤਾ ਕਿ ਕਿਉਂ ਇਹ ਇੱਥੇ ਆਏ। ਜੀ ਬਿਲਕੁਲ। ਔਰ ਜੋ ਭਾਰਤ ਦਾ ਨੈਸ਼ਨਲ ਮੀਡੀਆ ਹੈ ਉਹਦੇ ਤੇ ਖਾਸ ਤੌਰ ਤੇ ਨਜ਼ਰ ਰੱਖਣੀ ਬਣਦੀ ਹੈ। ਨਜ਼ਰ ਕੀ ਰੱਖਣੀ ਬਣਦੀ ਹੈ, ਪਤਾ ਹੀ ਹੈ ਸਾਨੂੰ ਕਿ ਉਹ ਕੀ ਕਰ ਰਿਹਾ ਹੈ, ਕਿਹੜੀ ਰੰਗਤ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ, ਔਰ ਉਸ ਤੋਂ ਬਹੁਤ ਜ਼ਿਆਦਾ ਸਾਵਧਾਨ ਹੋਣ ਦੀ ਲੋੜ ਹੈ। ਇਸੇ ਕਰਕੇ ਹੀ ਅਸੀਂ ਵੀ ਵਾਰ-ਵਾਰ ਇਹੀ ਕਹਿ ਰਹੇ ਹਾਂ ਕਿ ਇਹਨੂੰ ਸਪੋਰਟਿਵ ਰੱਖਣਾ ਹੈ, ਨਾ ਕਿ ਵਿਰੋਧ ਕਰਨਾ। ਜੀ। ਸੋ ਇੰਨਾ ਹੀ ਅੱਜ ਜੀ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਅਸੀਂ ਹੋਰ ਇਨਫੋਰਮੇਸ਼ਨ ਲੈ ਕੇ ਆਵਾਂਗੇ, ਜਿੱਦਾਂ ਅਪਡੇਟਸ ਹੁੰਦੀਆਂ ਰਹਿਣਗੀਆਂ। ਸਾਨੂੰ ਦਿਓ ਇਜਾਜ਼ਤ। ਤੁਸੀਂ ਪੋਜ਼ਿਟਿਵ ਰਹੋ, ਖੁਸ਼ ਰਹੋ ਔਰ ਜ਼ਿੰਦਾਬਾਦ ਰਹੋ, ਔਰ ਸਪੋਰਟਿਵ ਮੂਡ ਦੇ ਵਿੱਚ ਤੁਸੀਂ ਅੱਗੇ ਵਧਦੇ ਰਹੋ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।